ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅਸੀਂ ਅੱਜ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਤੇ ਅੱਜ ਸਾਡੇ ਮਹਿਮਾਨ ਰਹਿਣਗੇ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਫਿਰ ਅੱਜ ਕੁਝ ਇੱਕ ਸਵਾਲ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਨੇ ਉਹਨਾਂ ਨੂੰ ਆਧਾਰ ਬਣਾ ਕੇ ਖਹਿਰਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾਏਗੀ। ਬਾਈ ਜੀ, ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਬਾਈ ਜੀ, ਥੈਂਕ ਯੂ ਬਾਈ ਜੀ। ਬੀਤੇ ਪ੍ਰੋਗਰਾਮਾਂ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਇਨਕੁਆਇਰੀ ਆਈ ਹੈ ਉਹ ਨੈਨੀਜ਼ ਦੇ ਬਾਬਤ ਆਈ ਹੈ ਜੀ। ਅੱਜ ਮੈਂ ਚਾਹੁੰਦਾ ਕਿ ਆਪਾਂ ਥੋੜੀ ਜੀ ਉਸ ਕੈਟਾਗਰੀ ਦੇ ਉੱਤੇ ਗੱਲਬਾਤ ਜ਼ਰੂਰ ਕਰੀਏ ਜੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਜੇਕਰ ਕਿਸੇ ਨੇ ਨੈਨੀ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਉਣਾ ਹੈ ਜੀ, ਉਹਦੇ ਵਾਸਤੇ ਰਿਕੁਆਇਰਮੈਂਟ ਕੀ ਹੈ ਜੀ? ਜੀ ਨੈਨੀ ਦੇ ਵਿੱਚ ਜੀ 2 ਡਿਫਰੈਂਟ ਕਲਾਸੀਫਿਕੇਸ਼ਨਸ ਨੇ। ਜਿਵੇਂ ਨੈਨੀ ਇੱਕ ਬਹੁਤ ਪੁਰਾਣਾ ਪ੍ਰੋਗਰਾਮ ਹੈਗਾ ਜਿਹੜਾ ਜੂਨ 2002 ਤੋਂ ਸਟਾਰਟ ਕੀਤਾ ਸੀ ਸਰਕਾਰ ਨੇ, ਜਿਹਦੇ ਵਿੱਚ ਇੱਕ ਤਰ੍ਹਾਂ ਦੀ ਡੋਮੈਸਟਿਕ ਹੈਲਪ ਇੱਕ ਅਰੇਂਜਮੈਂਟ ਕੀਤੀ ਸੀ। ਜਿਹੜੇ ਕੈਨੇਡੀਅਨਸ ਫੁੱਲ ਟਾਈਮ ਆਪਣੀ ਜੌਬ ਕਰ ਰਹੇ ਨੇ ਜਾਂ ਬਿਜ਼ਨਸ ਕਰ ਰਹੇ ਨੇ, ਤਾਂ ਉਹ ਆਪਣੇ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ ਜਾਂ ਜਿਹੜੇ ਡਿਸੇਬਲ ਇੰਡੀਵਿਜੂਅਲ ਜਿਹੜੇ ਉਹਨਾਂ ਦੇ ਨਾਲ ਰਹਿ ਰਹੇ ਨੇ ਜੀ, ਤੇ ਜਿਨ੍ਹਾਂ ਨੂੰ ਅਨਸੁਪਰਵਾਈਜ਼ ਕੰਡੀਸ਼ਨ 'ਚ ਨਹੀਂ ਛੱਡਿਆ ਜਾ ਸਕਦਾ, ਉਹਨਾਂ ਦੀ ਕੇਅਰ ਲਈ ਇਹ ਪ੍ਰੋਗਰਾਮ ਚਲਾਇਆ ਸੀ ਜੀ। ਨਾਓ ਇਹ ਪ੍ਰੋਗਰਾਮ ਬਹੁਤ ਪਪੂਲਰ ਹੋਇਆ ਸੀ ਔਰ ਇਸ ਪ੍ਰੋਗਰਾਮ ਦੀ ਪਪੂਲਰ ਹੋਣ ਦਾ ਸਿੰਪਲ ਕਾਰਨ ਸੀ ਬਿਕੋਜ਼ ਇਹਦੀ ਜਿਹੜੀ ਪ੍ਰੀ ਰਿਕੁਇਜ਼ਿਟ ਜਿਹੜੀ ਰਿਕੁਆਇਰਮੈਂਟ ਸੀ ਉਹ ਬਹੁਤ ਘੱਟ ਰੱਖੀ ਗਈ ਸੀ ਜੀ। ਉਹ ਸਿਰਫ ਪੁਰਾਣੇ ਪ੍ਰੋਗਰਾਮ ਦੇ ਵਿੱਚ ਜਿਹੜੀ ਰਿਕੁਆਇਰਮੈਂਟ ਸੀ ਉਹ ਸਿਰਫ ਗ੍ਰੇਡ 12 ਸੀ। ਉਸ ਤੋਂ ਬਾਅਦ ਤੁਸੀਂ ਕੋਈ 6 ਮੰਥਸ ਦਾ ਇਨ ਕਲਾਸਰੂਮ ਟ੍ਰੇਨਿੰਗ ਹਾਸਲ ਕਰ ਲਓ ਜਾਂ ਤੁਸੀਂ 6 ਮੰਥਸ ਦਾ ਮਾਫ ਕਰਨਾ 1 ਸਾਲ ਦਾ ਜਿਹੜਾ ਤੁਹਾਡਾ ਡਾਇਰੈਕਟਲੀ ਰਿਲੇਟਡ ਐਕਸਪੀਰੀਅੰਸ ਹੈ ਵਿਦਿਨ ਦ ਸਪੈਨ ਆਫ 3 ਇਅਰਸ ਤਾਂ ਤੁਸੀਂ ਪ੍ਰੋਗਰਾਮ ਲਈ ਕੁਆਲੀਫਾਈ ਕਰ ਜਾਂਦੇ ਸੀ। ਸੋ ਇਹ ਪ੍ਰੋਗਰਾਮ ਦੇ ਵਿੱਚ ਜਿਹੜੀ ਮੇਜਰ ਤਬਦੀਲੀ ਲਿਆਂਦੀ ਗਈ ਉਹ ਪਿਛਲੇ 1.5 ਸਾਲ ਪਹਿਲਾਂ ਇਹ ਤਬਦੀਲੀ ਜਿਹੜੀ ਲਿਆਂਦੀ ਗਈ ਜੀ। ਮੇਜਰ ਤਬਦੀਲੀ ਜਿਹੜੀ ਲਿਆਂਦੀ ਗਈ ਇਸ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਜਿਹੜਾ ਇੰਪਲੋਇਰ ਸਪੈਸੀਫਿਕ ਦੀ ਬਜਾਏ ਆਕੂਪੇਸ਼ਨ ਸਪੈਸੀਫਿਕ ਬਣਾਤਾ। ਮੀਨਿੰਗ ਹੁਣ ਜੇ ਕੋਈ ਐਜ਼ ਅ ਨੈਨੀ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ, ਚਾਹੇ ਬਜ਼ੁਰਗ ਦੀ ਕੇਅਰ ਲਈ ਜਾਂ ਡਿਸੇਬਲ ਦੀ ਜਾਂ ਫਿਰ ਉਹ ਕਿਸੇ ਬੱਚੇ ਦੀ ਕੇਅਰ ਦੇ ਲਈ, ਤਾਂ ਉਹਨਾਂ ਨੂੰ ਉਹ ਕਿਤੇ ਵੀ ਕੰਮ ਕਰ ਸਕਦੇ ਨੇ, ਕਿਸੇ ਵੀ ਇੰਪਲੋਇਰ ਨਾਲ ਕੰਮ ਕਰ ਸਕਦੇ ਨੇ, ਪਰ ਉਹਨਾਂ ਦੀ ਆਕੂਪੇਸ਼ਨ ਸੇਮ ਰਹਿਣੀ ਚਾਹੀਦੀ ਹੈ। ਉਹ ਐਜ਼ ਅ ਨੈਨੀ ਹੀ ਕੰਮ ਕਰ ਸਕਦੇ ਨੇ। ਸੋ ਸੈਕਿੰਡ ਜਿਹੜਾ ਸਭ ਤੋਂ ਬੜਾ ਚੇਂਜ ਲੈ ਕੇ ਆਉਂਦਾ ਸੀ ਉਹ ਲੈ ਕੇ ਆਉਂਦਾ ਸੀ ਵੀ ਜਿਹੜੇ ਜੇ ਨੈਨੀ ਆਲਰੇਡੀ ਵਿਆਹੇ ਹੋਏ ਨੇ ਜੀ ਪਲੱਸ ਉਹਨਾਂ ਦੇ ਬੱਚੇ ਨੇ ਜੀ, ਤਾਂ ਉਹ ਪੂਰੇ ਪਰਿਵਾਰ ਦੇ ਸਮੇਤ ਕੈਨੇਡਾ ਦਾਖਲ ਹੋ ਸਕਦੇ ਨੇ, ਜਿਹਦੇ ਵਿੱਚ ਸਪਾਊਸ ਨੂੰ ਓਪਨ ਪਰਮਿਟ ਦਿੱਤਾ ਜਾਏਗਾ ਔਰ ਬੱਚਿਆਂ ਨੂੰ ਸਟੱਡੀ ਪਰਮਿਟ ਦਿੱਤਾ ਜਾਏਗਾ। ਜੇ ਉਹਨਾਂ ਨੂੰ ਸਟੱਡੀ ਪਰਮਿਟ ਮਿਲਦਾ ਤਾਂ ਉਹ 12ਵੀਂ ਤੋਂ ਜੇ ਘੱਟ ਦੀ ਪੜ੍ਹਾਈ ਉਹ ਪੜ੍ਹ ਰਹੇ ਨੇ, ਲੈਸ ਦੈਨ ਪੋਸਟ ਸੈਕੰਡਰੀ ਐਜੂਕੇਸ਼ਨ, ਤਾਂ ਉਹਨਾਂ ਦੇ ਉੱਤੇ ਕੋਈ ਵੀ ਫੀਸ ਨਹੀਂ ਲੱਗੇਗੀ ਐਜ਼ ਲੌਂਗ ਐਜ਼ ਉਹ ਇੱਕ ਪਬਲਿਕ ਫੰਡਡ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਪੜ੍ਹ ਰਹੇ ਨੇ। ਇਸ ਤੋਂ ਇਲਾਵਾ ਸਪਾਊਸ ਕਿਤੇ ਵੀ ਕੰਮ ਕਰ ਸਕਦੇ ਨੇ। ਸੋ ਇਸ ਦੇ ਲਈ ਜਿਹੜੇ ਪ੍ਰੋਗਰਾਮ ਦੇ ਵਿੱਚ ਇੱਕ ਜਿਹੜੇ ਮੇਜਰ ਚੇਂਜਸ ਲਿਆਂਦੇ ਸੀਗੇ, ਇਸ ਤੋਂ ਇਲਾਵਾ ਸਰਕਾਰ ਨੇ ਇੱਕ ਹੋਰ ਵੀ ਇਹਦੇ ਵਿੱਚ ਤਬਦੀਲੀ ਕੀਤੀ ਸੀ ਜਿਹੜੀ ਐਕਸਪੀਰੀਅੰਸ ਨੂੰ ਲੈ ਕੇ ਹੈ। ਉਹ ਕੀ ਹੈ ਜੀ? ਸੋ ਐਕਸਪੀਰੀਅੰਸ ਨੂੰ ਲੈ ਕੇ ਇੱਕ ਗ੍ਰੇ ਏਰੀਆ ਰੱਖਿਆ ਸਰਕਾਰ ਨੇ, ਜਿਹੜਾ ਕਿ ਇੱਕ ਟੂਲ ਦਿੱਤਾ ਵੀਜ਼ਾ ਆਫਿਸਰ ਨੂੰ ਔਰ ਇੱਕ ਬ੍ਰੌਡ ਉਹਨੂੰ ਡੈਫੀਨੇਸ਼ਨ ਦਿੱਤੀ ਹੈ, ਜਿਹਦੇ ਰਹਿਤ ਵੀਜ਼ਾ ਆਫਿਸਰ ਨੇ ਅਸੈਸ ਕਰਨਾ ਹੈ ਵੀ ਇਹ ਇੰਡੀਵਿਜੂਅਲ ਜੇ ਜਿਸ ਕੰਮ ਲਈ ਕੈਨੇਡਾ ਚੱਲੇ ਕੀ ਕੰਮ ਕਰ ਪਾਊਗਾ ਕਿ ਨਹੀਂ ਕਰ ਪਾਊਗਾ। ਸੋ ਜਿਹੜੀ ਡੈਫੀਨੇਸ਼ਨ ਰੱਖੀ ਗਈ ਹੈ ਐਕਸਪੀਰੀਅੰਸ ਨੂੰ ਲੈ ਕੇ, ਉਹ ਸਿਰਫ ਇਹ ਰੱਖੀ ਗਈ ਹੈ ਵੀ ਤੁਸੀਂ ਸੈਟਿਸਫਾਈ ਕਰਨਾ ਆਫਿਸਰ ਨੂੰ ਵੀ ਤੁਸੀਂ ਕੰਮ ਕਰਨ ਦੇ ਯੋਗ ਹੋ ਜਾਂ ਨਹੀਂ ਹੋ, ਜਾਂ ਕੰਮ ਕਰ ਪਾਓਗੇ ਜਾਂ ਨਹੀਂ ਪਾਓਗੇ ਨਾ। ਉਹ ਇਹ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਬਹੁਤ ਚੰਗੇ ਤਰੀਕੇ ਨਾਲ ਇਹ ਚੀਜ਼ ਸਮਝਾਈ ਜਾਂਦੀ ਸੀ ਵੀ ਤੁਹਾਡੇ ਕੋਲ ਜਾਂ ਤਾਂ 6 ਮੰਥਸ ਦਾ ਇਨ ਕਲਾਸਰੂਮ ਟ੍ਰੇਨਿੰਗ ਪ੍ਰੋਗਰਾਮ ਕੀਤਾ ਹੋਵੇ ਜਾਂ ਘੱਟੋ ਘੱਟ 750 ਘੰਟਿਆਂ ਦਾ, ਜਾਂ ਫਿਰ ਤੁਸੀਂ 1 ਸਾਲ ਦਾ ਐਕਸਪੀਰੀਅੰਸ ਲਿਆ ਹੋਵੇ ਵਿਦਿਨ ਸਪੈਨ ਆਫ 3 ਇਅਰਸ। ਬਟ ਹੁਣ ਉਹ ਕੰਡੀਸ਼ਨ ਹਟਾਤੀ, ਹੁਣ ਉਹਨੂੰ ਬਹੁਤ ਓਪਨ ਹੈਂਡਡ ਕਰਤਾ। ਸੋ ਓਪਨ ਹੈਂਡਡ ਦਾ ਮਤਲਬ ਇਹ ਹੈਗਾ ਵੀ ਜਿਹੜੀਆਂ ਐਪਲੀਕੇਸ਼ਨਸ ਵੀਜ਼ਾ ਪੋਸਟ 'ਤੇ ਫਾਈਲ ਹੋਣਗੀਆਂ ਜੀ, ਜੇ ਉਹ ਐਪਲੀਕੇਸ਼ਨ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਹੋਈਆਂ ਤਾਂ ਉਹਨਾਂ ਦਾ ਰਿਫਿਊਜ਼ਲ ਦਾ ਜਿਹੜਾ ਚਾਂਸ ਹੈ ਉਹ ਬਹੁਤ ਵੱਧ ਜਾਏਗਾ ਇਸ ਗ੍ਰੇ ਏਰੀਆ ਦੇ ਹੋਣ ਦੇ ਕਾਰਨ। ਸੋ ਹਾਲੇ ਵੀ ਜਿਹੜੇ ਕਲਾਇੰਟਸ ਜਿਵੇਂ ਜਾ ਰਹੇ ਨੇ ਜਾਂ ਅਸੀਂ ਅਪਲਾਈ ਕਰ ਰਹੇ ਹਾਂ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਕੁਆਲੀਫਾਈਡ ਗੁੱਡ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਵੇ, ਉਹਨਾਂ ਦੀ ਹੀ ਐਪਲੀਕੇਸ਼ਨਾਂ ਫਾਈਲ ਹੋਣ। ਇਹ ਨਹੀਂ ਹੈਗਾ ਵੀ ਕੋਈ ਵੀ ਐਪਲੀਕੈਂਟ ਜਿਹੜਾ ਪੋਸਟ ਸੈਕੰਡਰੀ ਐਜੂਕੇਸ਼ਨ ਹੈ, ਜਿਹੜਾ ਕਿ ਮਿਨੀਮਮ ਐਜੂਕੇਸ਼ਨ ਰਿਕੁਆਇਰਮੈਂਟ ਹੈ, ਹੁਣ ਜੇ ਕਿਸੇ ਨੇ ਆਊਟਸਾਈਡ ਕੈਨੇਡਾ ਤੋਂ ਆਉਣਾ ਐਜ਼ ਅ ਨੈਨੀ, ਤਾਂ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਜੇ ਸਿਰਫ ਉਹਨੂੰ ਮੀਟ ਕਰਨਾ ਹੀ ਇਨਫ ਨਹੀਂ ਹੈ। ਜੇ ਉਹਨਾਂ ਕੋਲ ਕੋਈ ਰੈਲੇਵੈਂਟ ਡਾਇਰੈਕਟਲੀ ਰਿਲੇਟਡ ਐਕਸਪੀਰੀਅੰਸ ਹੈ ਜਾਂ ਫਿਰ ਉਹਨਾਂ ਕੋਲ ਰੈਲੇਵੈਂਟ ਕੋਈ ਐਜੂਕੇਸ਼ਨ ਹੈ, ਜਿਵੇਂ ਨਰਸਿੰਗ ਦਾ ਉਹਨਾਂ ਨੇ ਕੋਈ ਪ੍ਰੋਗਰਾਮ ਕੀਤਾ, ਡਿਪਲੋਮਾ ਜਾਂ ਡਿਗਰੀ ਕੀਤਾ, ਤਾਂ ਉਹ ਚੀਜ਼ਾਂ ਹੈਲਪ ਕਰਨੀਆਂ ਐਪਲੀਕੇਸ਼ਨ ਦੇ ਅਪਰੂਵਲ ਦੇ ਜਿਹੜੇ ਚਾਂਸਿਸ ਇਹਨਾਂ ਨੂੰ ਇਨਹੈਂਸ ਕਰਨੀਆਂ। ਇਸ ਤੋਂ ਇਲਾਵਾ ਜਿਹੜੇ ਵਿਅਕਤੀ
ਜਿਵੇਂ ਐਪਲੀਕੇਸ਼ਨ 'ਚ ਪਾਰਟਿਸਿਪੇਟ ਕਰਨ ਜਾ ਰਹੇ ਨੇ ਉਹਨਾਂ ਕੋਲ ਵੀ ਚੋਇਸ ਹੈ ਵੀ ਉਹ ਕੈਨੇਡਾ ਦੇ ਵਿਦਿਨ ਅਪਲਾਈ ਕਰ ਰਹੇ ਨੇ ਜਾਂ ਕੈਨੇਡਾ ਤੋਂ ਬਾਹਰ ਅਪਲਾਈ ਕਰ ਰਹੇ ਨੇ। ਸੋ ਜੇ ਕੈਨੇਡਾ ਦੇ ਵਿਦਿਨ ਅਪਲਾਈ ਕਰਨਾ ਹੈ ਇਹ ਆਪਸ਼ਨ ਉੱਥੇ ਵੀ ਅਵੇਲੇਬਲ ਹੈ। ਤੁਸੀਂ ਕੈਨੇਡਾ ਆ ਕੇ ਵੀ ਇਹ ਜਿਹੜੀ ਸਪਾਂਸਰਸ਼ਿਪ ਹੈ ਇਹ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ। ਇਸ ਤੋਂ ਇਲਾਵਾ ਇਹ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਘੱਟੋ ਘੱਟ ਜਿਹੜਾ ਕੋਈ ਨਾ ਕੋਈ ਸਟੱਡੀ ਜਾਂ ਵਰਕ ਪਰਮਿਟ ਹੋਣਾ ਚਾਹੀਦਾ, ਫਿਰ ਹੀ ਤੁਸੀਂ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਨਾਓ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਆ ਕੇ ਅਪਲਾਈ ਕਰਦੇ ਨੇ ਜਾਂ ਐਜ਼ ਅ ਵਿਜ਼ਿਟਰ ਆਏ ਹੋਏ ਨੇ, ਜੇ ਉਹ ਨੈਨੀ ਪ੍ਰੋਗਰਾਮ ਦੇ ਥਰੂ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਵੇਟਿੰਗ ਟਾਈਮ ਜਿਹੜਾ ਹੈਗਾ ਉਹ ਕਾਫੀ ਵਧਿਆ ਹੋਇਆ। ਪਲੱਸ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਵੀ ਜਿਵੇਂ ਮੈਂ ਜ਼ਿਕਰ ਕੀਤਾ ਸੀ, ਜੋ ਬੈਡ ਐਪਲੀਕੇਸ਼ਨ ਹੈ ਤਾਂ ਫਿਰ ਜਿਹੜਾ ਐਪਲੀਕੇਸ਼ਨ ਦਾ ਰਿਫਿਊਜ਼ ਹੋਣ ਦਾ ਚਾਂਸ ਵੀ ਬਹੁਤ ਵੱਧ ਜਾਂਦਾ। ਪਰ ਜਦੋਂ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ, ਕਿਉਂਕਿ ਤੁਸੀਂ ਜਿਹੜਾ ਵੇਟਿੰਗ ਟਾਈਮ ਹੈ ਤਕਰੀਬਨ 1 ਸਾਲ ਦਾ ਵੇਟਿੰਗ ਟਾਈਮ ਹੈ, 1 ਸਾਲ ਬਾਅਦ ਤੁਹਾਡਾ ਜਿਹੜਾ ਸਟੇਟਸ ਉਹ ਆਟੋਮੈਟਿਕਲੀ ਐਕਸਪਾਇਰ ਹੋ ਜਾਂਦਾ ਕਿਸੇ ਵੀ ਕੈਟਾਗਰੀ ਜੇ ਤੁਸੀਂ ਵਿਜ਼ਿਟਰ ਆਏ ਹੋਏ ਹੋ ਤਾਂ ਫਿਰ ਤੁਹਾਨੂੰ ਕੈਨੇਡਾ ਤੋਂ ਜਾਣ ਲਈ ਕਿਹਾ ਜਾਏਗਾ। ਸੋ ਇਹ ਜਦੋਂ ਐਪਲੀਕੇਸ਼ਨ ਕਰਦੇ ਹੋ ਤੁਸੀਂ ਵਿਜ਼ਿਟਰ ਆਏ ਹੋ ਤਾਂ ਚੰਗੀ ਸਲਾਹ ਲੈ ਕੇ ਅਪਲਾਈ ਕਰਿਆ ਕਰੋ। ਇਹ ਨਹੀਂ ਹੈਗਾ ਵੀ ਤੁਸੀਂ ਪੋਸਟ ਸੈਕੰਡਰੀ ਐਜੂਕੇਸ਼ਨ ਕੀਤੀ ਹੈ, ਤੁਹਾਡਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਦੇ ਘਰ ਬੱਚੇ ਨੇ ਜਾਂ ਬਜ਼ੁਰਗ ਨੇ ਤੇ ਉਹ ਤੁਹਾਨੂੰ ਸਪਾਂਸਰਸ਼ਿਪ ਦੇ ਦਿੰਦੇ ਨੇ ਜਾਂ ਦੇਣ ਲਈ ਤਿਆਰ ਨੇ, ਕਿਉਂਕਿ ਇਹਦੇ ਲਈ LMA ਦੀ ਕੋਈ ਰਿਕੁਆਇਰਮੈਂਟ ਰਹੀ ਨਹੀਂ ਹੁਣ। तो फिर ਤੁਹਾਡੀ ਐਪਲੀਕੇਸ਼ਨ ਜਿਹੜੀ ਆ 1 ਸਾਲ ਬਾਅਦ ਡਿਸੀਜਨ ਹੋਏਗਾ ਔਰ ਮੈਜੋਰਟੀ ਆਫ ਉਹ ਐਪਲੀਕੇਸ਼ਨ ਜਿਹੜੇ ਡਿਸੀਜਨ ਨੇ ਉਹ ਨੈਗੇਟਿਵ ਹੀ ਆ ਰਹੇ ਨੇ ਬਿਕੋਜ਼ ਉਹ ਸਮਝਾ ਹੀ ਨਹੀਂ ਪਾਏ ਵੀ ਉਹ ਕਿਸ ਤਰ੍ਹਾਂ ਕੰਮ ਕਰਨ ਦੇ ਯੋਗ ਨੇ ਜਾਂ ਜਿਸ ਕੰਮ ਲਈ ਉਹਨਾਂ ਨੂੰ ਹਾਇਰ ਕੀਤਾ ਗਿਆ ਉਹਨਾਂ ਕੋਲ ਉਸ ਕੰਮ ਦੀ ਲੋੜੀਂਦਾ ਐਕਸਪੀਰੀਅੰਸ ਜਾਂ ਐਜੂਕੇਸ਼ਨ ਹੈ। ਅੱਛਾ ਬਾਈ ਜੀ, ਹੁਣੇ ਤੁਸੀਂ ਕਹਿ ਰਹੇ ਸੀ ਕੈਨੇਡਾ ਤੋਂ ਕਿਸੇ ਨੇ ਬਾਹਰੋਂ ਐਪਲੀਕੇਸ਼ਨ ਕਰਨੀ ਹੈ ਜੀ। ਕੈਨੇਡਾ ਦੇ ਬਾਹਰੋਂ ਐਪਲੀਕੇਸ਼ਨ ਕਰਦੇ ਕਰਦੇ ਤੁਸੀਂ ਗੱਲ ਕੀਤੀ ਜੇਕਰ ਕੋਈ ਵਿਜ਼ਟਰ ਆਇਆ ਹੋਇਆ ਇੱਥੋਂ ਵੀ ਅਪਲਾਈ ਕਰ ਸਕਦਾ ਜੀ। ਦੋਵਾਂ ਦੇ ਜਿਹੜਾ ਕ੍ਰਾਈਟੇਰੀਆ ਰੱਖਿਆ ਹੋਇਆ ਉਹ ਸੇਮ ਹੀ ਆ ਜਾਂ ਜਿਹੜਾ ਕੈਨੇਡਾ ਤੋਂ ਬਾਹਰੋਂ ਅਪਲਾਈ ਕਰਦਾ ਜਾਂ ਇੱਥੇ ਵਿਜ਼ਟਰ ਆ ਕੇ ਅਪਲਾਈ ਕਰਦਾ ਉਹਨਾਂ ਵਾਸਤੇ ਕੁਝ ਸ਼ਰਤਾਂ ਵੱਖਰੀਆਂ ਨੇ? ਸ਼ਰਤਾਂ ਸੇਮ ਨੇ ਬਟ ਜਿਹੜੇ ਇਸ ਦੇ ਵਿੱਚ ਮੈਂ ਬਿਲਕੁਲ ਥੋੜਾ ਕੁਐਸਚਨ ਬੜਾ ਵਧੀਆ ਕੁਐਸਚਨ ਹੈ, ਇਹ ਕਨਫਿਊਜ਼ਨ ਵੀ ਬਹੁਤ ਹੁੰਦੀ ਹੈ। ਜਿਹੜਾ ਪ੍ਰੋਗਰਾਮ ਨੈਨੀ ਦਾ ਇੱਕ ਸਪੈਸ਼ਲ ਪ੍ਰੋਗਰਾਮ ਹੈ, ਸਪੈਸ਼ਲ ਕਲਾਸ ਆਫ ਪ੍ਰੋਗਰਾਮ ਹੈ ਜੀ, ਜਿਹਦੇ ਤਹਿਤ ਤੁਸੀਂ ਸਪਾਂਸਰਸ਼ਿਪ ਦਿੰਦੇ ਹੋ, ਜਿਹਦੇ 'ਚ ਤੁਹਾਨੂੰ LMI ਐਗਜ਼ੈਂਪਸ਼ਨ ਹੈ ਜੀ। ਇਹ ਪ੍ਰੋਗਰਾਮ ਆਊਟਸਾਈਡ ਕੈਨੇਡਾ ਲਈ ਇੰਡੀਵਿਜੂਅਲ ਜਿਹੜਾ ਕੈਨੇਡਾ ਤੋਂ ਬਾਹਰ ਆ ਰਿਹਾ ਉਹਨਾਂ ਤੇ ਐਪਲੀਕੇਬਲ ਹੁੰਦਾ। ਅੱਛਾ। ਬਟ ਇੱਕ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਵੀ ਜੇ ਕੋਈ ਆਲਰੇਡੀ ਬੰਦਾ ਕੈਨੇਡਾ 'ਚ ਪਹੁੰਚਿਆ ਹੋਇਆ ਜੀ ਤੇ ਉਹ ਵਰਕ ਪਰਮਿਟ ਹੋਲਡ ਕਰ ਰਹੇ ਨੇ ਜਾਂ ਸਟੱਡੀ ਪਰਮਿਟ ਹੋਲਡ ਕਰ ਰਹੇ ਨੇ, ਉਹ ਵੀ ਐਪਲੀਕੇਸ਼ਨ 'ਚ ਪਾਰਟਿਸਿਪੇਟ ਕਰ ਸਕਦੇ ਨੇ। ਉਹ ਐਪਲੀਕੇਸ਼ਨ ਕੈਨੇਡਾ ਦੇ ਵਿਦਿਨ ਪ੍ਰੋਸੈਸ ਕੀਤੀ ਜਾਏਗੀ ਜੀ। ਬਟ ਇਸ ਦੇ ਨਾਲ ਜੇ ਕੋਈ ਬੰਦਾ ਟੈਂਪਰੇਰੀ ਫੋਰਨ ਵਰਕਰ ਦੇ ਅਧੀਨ ਜਿਹੜੀ ਸਪੈਸ਼ਲੀ ਜਿਹੜੇ 4421 ਤੇ 4420 ਆਈ ਬਲੀਵ ਜੇ ਮੈਂ ਕਰੈਕਟ ਹੋਵਾਂ, ਤਾਂ ਫਿਰ ਜੇ ਤੁਸੀਂ ਉਹਨਾਂ ਨੌਕਸ ਦੇ ਅੰਦਰ ਆਪਣੀ ਐਪਲੀਕੇਸ਼ਨ ਨੂੰ ਦਾਇਰ ਕਰਦੇ ਹੋ ਤਾਂ ਉਸ ਵਕਤ ਤੁਸੀਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਅਧੀਨ ਜਿਹੜੀ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ ਜੀ। ਪਰ ਫਿਰ ਤੁਸੀਂ ਉਹ ਪ੍ਰਿਵਿਲੇजेस ਨਹੀਂ ਲੈ ਸਕਦੇ ਜਿਵੇਂ ਕਿ ਮਿਲ ਰਹੀਆਂ ਨੇ ਜਿਹੜੇ ਨੈਨੀ ਪਾਇਲਟ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਰਹੇ ਨੇ। ਸੋ ਉਹਨਾਂ ਦੇ ਲਈ ਜਿਹੜੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਉਹ ਵੀ ਫਿਰ ਪੋਸਟ ਸੈਕੰਡਰੀ ਨਹੀਂ ਹੈ, ਉਹ ਗ੍ਰੇਡ 12 ਵੀ ਹੈ। ਅੱਛਾ। ਤਾਂ ਉਹਨਾਂ ਲਈ ਜਿਹੜੀ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਉਹ ਵੀ ਡਿਫਰੈਂਟ ਹੈ। ਸੋ ਤੁਸੀਂ ਜਦੋਂ ਐਪਲੀਕੇਸ਼ਨ ਦਾਇਰ ਕਰਨੀ ਹੈ ਜੇ ਵਿਜ਼ਿਟਰ ਆਏ ਹੋ ਤਾਂ ਵਾਟ ਵੀ ਆਰ ਰਿਕਮੈਂਡਿੰਗ ਵੀ ਤੁਸੀਂ ਆਪਣੀ ਐਪਲੀਕੇਸ਼ਨ ਜਿਹੜਾ ਆਊਟਸਾਈਡ ਕੈਨੇਡਾ ਵਾਲੀ ਐਪਲੀਕੇਸ਼ਨ ਹੈ ਨੈਨੀ ਦਾ ਪਾਇਲਟ ਪ੍ਰੋਗਰਾਮ ਹੈ ਉਹਦੇ 'ਚ ਵੀ ਅਪਲਾਈ ਕਰ ਦਿਓ। ਐਟ ਦ ਸੇਮ ਟਾਈਮ ਤੁਸੀਂ ਜਿਹੜੀ LMI ਹਾਸਲ ਕਰਕੇ ਆਪਣਾ ਪਰਮਿਟ ਵੀ ਚੇਂਜ ਕਰਾ ਲਓ ਕਿਉਂਕਿ ਤੁਹਾਡੇ ਚਾਂਸਸ ਹੋਰ ਵੀ ਇਨਹੈਂਸ ਹੋ ਜਾਂਦੇ ਨੇ। ਜੇ ਤੁਹਾਡਾ ਪਰਮਿਟ ਚੇਂਜ ਹੋ ਜਾਂਦਾ ਤੁਸੀਂ ਸੇਮ ਇੰਪਲੋਇਰ ਦੇ ਕੋਲ ਕੰਮ ਕਰ ਰਹੇ ਹੋ ਆਲਰੇਡੀ ਔਰ ਫਿਰ ਤੁਸੀਂ ਐਪਲੀਕੇਸ਼ਨ 'ਚ ਪਾਰਟਿਸਿਪੇਟ ਕਰ ਰਹੇ ਹੋ ਜਿਹੜਾ ਪਾਇਲਟ ਪ੍ਰੋਗਰਾਮ ਹੈ, ਤਾਂ ਫਿਰ ਤੁਹਾਡੇ ਚਾਂਸਸ ਅਪਰੂਵਲ ਦੇ ਬਹੁਤ ਹੱਦ ਤੱਕ ਬਿਹਤਰ ਹੋ ਜਾਂਦੇ ਨੇ ਔਰ ਈਜ਼ੀ ਹੋ ਜਾਂਦਾ ਤੁਹਾਨੂੰ ਸੈਟੀਸਫਾਈ ਕਰਨਾ ਵੀ ਤੁਸੀਂ ਇਹ ਕੰਮ ਕਰਨ ਦੇ ਯੋਗ ਹੋ। ਅੱਛਾ, ਮੇਰਾ ਕੁਐਸਚਨ ਥੋੜਾ ਹੋਰ ਸੁਖਾਲਾ ਕਰਾਂ ਜੀ। ਮੰਨ ਲਓ ਤੁਸੀਂ ਕਿਹਾ ਕਿ ਕੁਝ ਇੱਕ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ ਨੇ, ਮੰਨ ਲਓ ਮੈਂ ਇੰਡੀਆ ਤੋਂ ਆਉਣਾ ਐਜ਼ ਅ ਨੈਨੀ ਆਉਣਾ। ਪਹਿਲੀ ਗੱਲ ਤਾਂ ਜਦੋਂ ਅਸੀਂ ਨਰਸ ਦੀ ਗੱਲ ਕਰ ਰਹੇ ਹਾਂ ਜਾਂ ਨੈਨੀ ਦੀ ਗੱਲ ਕਰ ਰਹੇ ਹਾਂ ਸਾਡੇ ਦਿਮਾਗ 'ਚ ਇੱਕ ਤਸਵੀਰ ਬਣਦੀ ਹੈ ਕਿ ਸਿਰਫ ਕੁੜੀਆਂ ਵਾਸਤੇ ਹੈ। ਆਪਾਂ ਨੂੰ ਜੇ ਕੋਈ ਕਹਿ ਦੇਵੇ ਇੱਥੇ ਨਰਸ, ਅੱਛਾ ਬੰਦਾ ਨਰਸ, ਕਈ ਵਾਰੀ ਇੰਡੀਆ 'ਚ ਇਸ ਚੀਜ਼ ਨੂੰ ਹੋਰ ਤਰੀਕੇ ਨਾਲ ਲੋਕ ਦੇਖਦੇ ਆ ਕਿਉਂਕਿ ਆਪਾਂ ਉੱਥੇ ਦੇਖਦੇ ਹਾਂ ਕਿ ਫੀਮੇਲ ਹੀ ਜ਼ਿਆਦਾ ਨਰਸਿਸ ਦਾ ਨੈਨੀਜ਼ ਦਾ ਕੰਮ ਕਰਦੀਆਂ ਸੀ। ਇੱਕ ਤਾਂ ਇਹ ਕਿ ਨੈਨੀ ਦੇ ਤੌਰ ਤੇ ਮੁੰਡੇ ਵੀ ਆ ਸਕਦੇ ਆ, ਕੁੜੀ ਵੀ, ਇੱਕ ਤਾਂ ਇਹ। ਤੇ ਦੂਸਰਾ ਜੇ ਮੰਨ ਲਓ ਵੀ ਮੈਂ ਇੰਡੀਆ ਤੋਂ ਅਪਲਾਈ ਕੀਤਾ, ਮੈਂ ਇੰਡੀਆ ਵਿੱਚ ਸੀ, ਕਿ ਮੈਨੂੰ LMI ਦੀ ਜ਼ਰੂਰਤ ਹੈ ਜਾਂ ਨਹੀਂ? ਤੇ ਦੂਸਰਾ ਜੇ ਮੈਂ ਵਿਜ਼ਟਰ ਦੇ ਤੌਰ ਤੇ ਕੈਨੇਡਾ ਆ ਗਿਆ ਕਿ ਇੱਥੋਂ ਮੈਂ ਨੈਨੀ ਦੇ ਤੌਰ ਤੇ ਕੰਮ ਕਰਨਾ ਚਾਹੁੰਦਾ, ਮੇਰੇ ਕੋਲ ਲੋੜੀਂਦਾ ਤਜਰਬਾ ਵੀ ਹੈ, ਮੇਰੇ ਕੋਲ ਸਟੱਡੀ ਵੀ ਹੈ, ਕੀ ਮੈਨੂੰ LMI ਚਾਹੀਦਾ ਜਾਂ ਮੈਨੂੰ ਵੀ ਨਹੀਂ ਚਾਹੀਦਾ? ਜੀ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਸੀ ਵੀ ਜੈਂਡਰ ਬੇਸ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਜੇ ਤੁਸੀਂ ਮੇਲ ਹੋ, ਫੀਮੇਲ ਹੋ ਜਾਂ ਟਰਾਂਸਜੈਂਡਰ ਹੋ ਤਾਂ ਤੁਸੀਂ ਐਪਲੀਕੇਸ਼ਨ 'ਚ ਪਾਰਟਿਸਿਪੇਟ ਕਰ ਸਕਦੇ ਹੋ। ਸੋ ਕੋਈ ਵੀ ਇਹੀ ਜੀ
ਮਤਲਬ ਡੈਫੀਨੇਸ਼ਨ ਨਹੀਂ ਹੈ ਜਾਂ ਕੋਈ ਵੀ ਡਿਸਟਿੰਕਸ਼ਨ ਨਹੀਂ ਹੈ ਵੀ ਸਿਰਫ ਇਹਦੇ ਚ Female ਹੀ ਫੀਮੇਲ ਹੀ ਕਰ ਸਕਦੇ ਨੇ। ਤੋ ਸੈਕੰਡ ਜਿਹੜਾ ਥੋੜਾ ਕੁਐਸਚਨ ਸੀ ਵੀ ਜੇ ਮੈਂ ਕੈਨੇਡਾ ਤੋਂ ਬਾਹਰ ਆ ਤਾਂ ਮੈਨੂੰ ਕੀ LMI ਦੀ ਲੋੜ ਹੈ ਨੈਨੀ ਦੇ ਵਿੱਚ ਅਪਲਾਈ ਕਰਨ ਲਈ। ਜਿਸ ਪ੍ਰੋਗਰਾਮ ਦੀ ਆਪਾਂ ਜ਼ਿਕਰ ਕਰ ਰਹੇ ਜਿਹੜਾ ਪਾਇਲਟ ਪ੍ਰੋਗਰਾਮ ਦੀ, ਉਸ ਦੇ ਲਈ LMI ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਅੱਛਾ ਜੀ। ਪਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਅੰਦਰ ਤੁਸੀਂ LMI ਹਾਲੇ ਵੀ ਹਾਸਲ ਕਰ ਸਕਦੇ ਹੋ। ਅੱਛਾ। ਪਰ ਇਹ ਐਪਲੀਕੇਸ਼ਨ ਜਿਹੜੀ ਹੈ ਇਸ ਪਾਇਲਟ ਦੇ ਵਿੱਚ ਅਪਲਾਈ ਨਹੀਂ ਕੀਤੀ ਜਾ ਸਕਦੀ। ਉਹ ਸਿਰਫ ਐਂਡ ਸਿਰਫ ਜਿਵੇਂ ਇੱਕ ਐਪਲੀਕੇਸ਼ਨ ਫਾਈਲ ਹੋਏਗੀ ਨੈਨੀ ਦੇ ਤੌਰ ਤੇ ਜਾਂ ਡੋਮੈਸਟਿਕ ਹੈਲਪ ਦੇ ਤੌਰ ਤੇ, ਤੁਸੀਂ ਇੰਡੀਆ ਦੇ ਵਿੱਚ ਖਾਸ ਕਰਕੇ ਕਿਸੇ ਨੂੰ ਬੁਲਾ ਰਹੇ ਹੋ ਤਾਂ ਤੁਸੀਂ ਉਹਨੂੰ ਐਜ਼ ਅ ਵਰਕਰ ਸਪਾਂਸਰਸ਼ਿਪ ਕਰਕੇ ਬੁਲਾਓਗੇ ਔਰ ਉਹ ਜਿਹੜਾ ਵਰਕ ਪਰਮਿਟ ਮੰਗ ਰਹੇ ਹੋ ਤੁਸੀਂ ਉਹ EMPLOYER ਸਪੈਸੀਫਿਕ ਵਰਕ ਪਰਮਿਟ ਹੈ ਕਿਉਂਕਿ ਉਹ ਕੈਟਾਗਰੀ ਅੱਜ ਵੀ ਐਗਜ਼ਿਸਟ ਕਰਦੀ ਹੈ। ਪਰ ਉਸ ਪਰਮਿਟ ਦੇ ਬੇਸ ਤੇ ਤੁਸੀਂ ਇਮੀਗ੍ਰੇਸ਼ਨ ਨਹੀਂ ਹਾਸਲ ਕਰ ਸਕਦੇ ਜਿਵੇਂ ਕਿ ਇਸ ਕੈਟਾਗਰੀ ਦੇ ਵਿੱਚ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਹੈ ਮਿਲ ਰਹੀ ਹੈ। ਨਾਓ ਜੇ ਕੋਈ ਆਲਰੇਡੀ ਕੈਨੇਡਾ ਦੇ ਵਿੱਚ ਆਇਆ ਹੋਇਆ ਉਹ ਬਿਲਕੁਲ ਇਹ ਪਾਇਲਟ ਦਾ ਫਾਇਦਾ ਲੈ ਸਕਦਾ ਵੀ ਤੁਸੀਂ ਜਿਹੜੀ LMI ਦੀ ਐਗਜ਼ੈਂਪਸ਼ਨ ਹੈ ਉਹ ਹਾਸਲ ਕਰ ਸਕਦੇ ਹੋ ਤਾਂ ਤੁਹਾਡਾ ਕੋਈ ਵੀ ਜਾਣਕਾਰ ਹੈ ਜਿਹੜਾ ਤੁਹਾਨੂੰ ਹਾਇਰ ਕਰ ਰਿਹਾ ਸਪਾਂਸਰਸ਼ਿਪ ਦੇ ਸਕਦਾ। ਬਟ ਉਹਦਾ ਵੇਟਿੰਗ ਟਾਈਮ ਬਹੁਤ ਲੰਬਾ ਹੈ। ਤਾਂ ਵੇਟਿੰਗ ਟਾਈਮ ਲੰਬਾ ਹੋਣ ਕਰਕੇ ਜਿਹੜਾ ਵਿਜ਼ਿਟਰ ਇੱਥੇ ਕੋਈ ਕੈਨੇਡਾ ਦੇ ਵਿੱਚ ਜਾਂ ਸਟੱਡੀ ਜਾਂ ਵਰਕ ਪਰਮਿਟ ਕੋਈ ਆਇਆ ਹੋਇਆ ਹੋਲਡਰ ਆਇਆ ਹੋਇਆ ਤਾਂ ਉਹਨਾਂ ਦਾ ਕਈ ਵਾਰ ਜਿਹੜਾ ਸਟੇਟਸ ਉਹ ਸਰਪਾਸ ਕਰ ਜਾਂਦਾ, ਐਕਸਪਾਇਰ ਹੋ ਜਾਂਦਾ। ਤੁਸੀਂ ਜਿੰਨੀ ਦੇਰ ਤੁਹਾਨੂੰ ਰਿਜ਼ਲਟਸ ਨਹੀਂ ਮਿਲਦੇ ਤੁਸੀਂ ਇੰਪਲਾਈਡ ਸਟੇਟਸ ਤੇ ਹੁੰਦੇ ਹੋ ਉਨੀ ਦੇਰ ਲੀਗਲੀ ਰਹਿ ਸਕਦੇ ਹੋ। ਪਰ ਵਾਟ ਇਫ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਏ ਤਾਂ ਤੁਹਾਡੇ ਕੋਲ ਕੋਈ ਇੱਕ ਸੈਕੰਡ ਚਾਂਸ ਨਹੀਂ ਹੈਗਾ, ਇੱਕ ਕਮਬੈਕ ਨਹੀਂ ਹੈਗਾ। ਉਹ ਤੋਂ ਬਾਅਦ ਤੁਹਾਨੂੰ ਫਿਰ ਕੈਨੇਡਾ ਨੂੰ ਛੱਡਣਾ ਹੀ ਪੈਣਾ। ਸੋ ਇਨਸਟੈਡ ਆਫ ਟੇਕਿੰਗ ਦੈਟ ਚਾਂਸ ਆਪਾਂ ਕਲਾਇੰਟਸ ਨੂੰ ਜਿਹੜਾ ਬੈਟਰ ਐਡਵਾਈਸ ਕਰਦੇ ਆ ਵੀ ਤੁਸੀਂ ਬੈਟਰ ਹੈਗਾ ਤੁਸੀਂ ਪਹਿਲਾਂ ਆਪਣੇ ਆਪ ਨੂੰ ਡੈਜ਼ਿਗਨੇਟ ਕਰੋ ਵੀ ਤੁਸੀਂ ਨੈਨੀ ਹੋ ਤੇ ਤੁਸੀਂ ਕੈਨੇਡਾ 'ਚ ਕੰਮ ਕਰ ਰਹੇ ਹੋ ਤੇ ਸਿਮਿਲਰ ਸੇਮ EMPLOYER ਦੇ ਕੋਲ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਸਪਾਂਸਰਸ਼ਿਪ ਦੇ ਰਿਹਾ। ਸੋ ਤੁਹਾਡੇ ਜਿਹੜੇ ਰਿਫਿਊਜ਼ ਹੋਣ ਦੇ ਚਾਂਸਸ ਨੇ ਉਹ ਬਿਲਕੁਲ ਨਲੀਫਾਈ ਹੋ ਜਾਂਦੇ ਨੇ ਕਿਉਂਕਿ ਫਿਰ ਆਫਿਸਰ ਕੋਲ ਕੋਈ ਰੀਜ਼ਨ ਨਹੀਂ ਰਹਿੰਦਾ 1 ਸਾਲ ਬਾਅਦ ਉੱਠ ਕੇ ਕਹਿਣ ਨੂੰ ਵੀ ਜੇ ਤੁਹਾਡੇ ਕੋਲ ਪੇ ਸਟਬਸ ਨੇ, ਪੇਰੋਲ ਹੈਗਾ, ਤੁਸੀਂ ਕੰਮ ਵੀ ਉਹਨਾਂ ਦੇ ਕਰ ਰਹੇ ਹੋ, EMPLOYER ਤੁਹਾਨੂੰ ਇੰਡੋਰਸਮੈਂਟ ਲੈਟਰ ਦੇ ਰਿਹਾ ਵੀ ਤੁਸੀਂ ਕੰਮ ਕਰ ਰਹੇ ਹੋ, ਹੀ ਸੈਟੀਸਫਾਈਡ, ਤਾਂ ਫਿਰ ਅੰਟਿਲ ਉਹ ਸਾਰੇ ਕਾਗਜ਼ ਝੂਠੇ ਕੋਈ ਨਾ ਕੋਈ ਝੂਠਾ ਪੈ ਜੇ ਤੁਹਾਡਾ ਕੇਸ ਰਿਫਿਊਜ਼ ਨਹੀਂ ਹੋ ਸਕਦਾ। ਅੱਛਾ ਬਾਈ ਜੀ, ਹੁਣ ਜਿਹੜੇ ਤੁਸੀਂ ਵਾਰ-ਵਾਰ ਕਿਉਂਕਿ ਹਰ ਇੱਕ ਵਿਅਕਤੀ ਦਾ ਜਿੰਨੀ ਦੇਰ ਤੱਕ PR ਨਹੀਂ ਬਣਦਾ ਭਾਵੇਂ ਕਿਸੇ ਵੀ ਕੈਟਾਗਰੀ ਅਧੀਨ ਆਇਆ ਉਹਦੇ ਤਲਵਾਰ ਲਟਕਦੀ ਰਹਿੰਦੀ ਹੈ ਜੀ ਕਿ ਪਤਾ ਨਹੀਂ ਇਫ ਕਿ ਬਟ ਪਤਾ ਨਹੀਂ, ਹਰ ਇੱਕ ਬੰਦੇ ਦੇ ਦਿਮਾਗ 'ਚ ਚੱਲਦੀਆਂ ਰਹਿੰਦੀਆਂ ਗੱਲਾਂ। ਜੇ ਕਿਤੇ ਬਾਈ ਚਾਂਸ ਰਿਫਿਊਜ਼ਲ ਲੱਗ ਜੇ ਜੀ, ਬੰਦਾ ਇੱਥੇ ਕੰਮ ਕਰਦੇ ਨੂੰ 2 ਸਾਲ ਹੋ ਚੁੱਕੇ ਆ, ਉਹਦੇ ਤੋਂ ਬਾਅਦ ਕੀ ਕਰ ਸਕਦਾ ਤੇ ਜੇਕਰ ਉੱਥੇ ਕਿਸੇ ਨੇ ਐਪਲੀਕੇਸ਼ਨ ਕੀਤੀ ਹੈ ਤੇ ਉਹਦੀ ਪਹਿਲੇ ਹੀ ਰਿਫਿਊਜ਼ਲ ਹੋ ਗਈ ਤੇ ਕੀ ਕੀਤਾ ਜਾ ਸਕਦਾ? ਬਿਲਕੁਲ, ਜਿਹੜੇ ਪ੍ਰੋਗਰਾਮ ਆਊਟਸਾਈਡ ਕੈਨੇਡਾ ਫਾਈਲ ਹੋਣਗੇ ਜਾਂ ਇਨਸਾਈਡ ਕੈਨੇਡਾ ਫਾਈਲ ਹੋਣਗੇ ਇਹਨਾਂ 'ਚ ਕੋਈ ਬੈਕਲੌਗ ਰਿਡਕਸ਼ਨ ਪ੍ਰੋਗਰਾਮ ਇੱਕ ਅਗੇਨ ਇੱਕ ਪਾਇਲਟ ਸਰਕਾਰ ਨੇ ਚਲਾਇਆ ਸੀ ਜਿੱਥੇ ਤੁਹਾਨੂੰ ਇੰਟੈਂਟ ਟੂ ਰਿਫਿਊਜ਼ ਲੈਟਰ ਨਹੀਂ ਭੇਜਿਆ ਜਾਂਦਾ। ਅੱਛਾ ਜੀ। ਜਿਸ ਤਰ੍ਹਾਂ ਕੋਰਟ ਦੇ ਵਿੱਚ ਕਈ ਵਿਅਕਤੀ ਇਹ ਵੀ ਦਲੀਲ ਦਿੰਦੇ ਨੇ ਵੀ ਜੇ ਸਾਡੇ ਤੇ ਓਬਜੈਕਸ਼ਨ ਸੀ ਤਾਂ ਸਾਨੂੰ ਇੰਟੈਂਟ ਟੂ ਰਿਫਿਊਜ਼ ਕਿਉਂ ਨਹੀਂ ਭੇਜਿਆ ਗਿਆ, ਪਹਿਲਾਂ ਸਾਨੂੰ ਵਾਰਨ ਕਿਉਂ ਨਹੀਂ ਕੀਤਾ ਗਿਆ ਤਾਂ ਕਿ ਅਸੀਂ ਆਪਦੀ ਪੋਜੀਸ਼ਨ ਦੱਸ ਸਕਦੇ। ਤਾਂ ਹੋ ਸਕਦਾ ਸਾਡੀ ਪੋਜੀਸ਼ਨ ਅਸੀਂ ਬੈਟਰ ਐਕਸਪਲੇਨ ਕਰ ਦਿੰਦੇ ਤੇ ਡਿਸੀਜਨ ਜਿਹੜਾ ਸੀਗਾ ਕੁਝ ਹੋਰ ਨੈਗੇਟਿਵ ਨਾ ਹੁੰਦਾ। ਬਟ ਉਹਦੇ ਨਾਲ ਕੀ ਹੈਗਾ, ਬੈਕਲੌਗ ਬਹੁਤ ਲੰਬਾ ਹੋ ਜਾਂਦਾ। ਸੋ ਸਰਕਾਰ ਨੇ ਇੱਕ ਰਿਡਕਸ਼ਨ ਪ੍ਰੋਗਰਾਮ ਚਲਾਇਆ ਸੀ ਵੀ ਤੁਸੀਂ ਵਨ ਟਾਈਮ ਐਪਲੀਕੇਸ਼ਨ ਕਰੋ, ਵੀ ਵਿਲ ਮੇਕ ਅ ਵਨ ਟਾਈਮ ਡਿਸੀਜਨ, ਤੁਹਾਨੂੰ ਕੋਈ ਅਸੀਂ ਪ੍ਰੀ ਵਾਰ ਨਹੀਂ ਕਰਾਂਗੇ। ਸਰਟਨ ਕੇਸਿਸ ਜ਼ਰੂਰ ਕਰਨਾ ਪੈਂਦਾ, ਪਾਲਿਸੀ ਇੰਟੈਂਟ ਹੈ, ਜਿਵੇਂ ਕਿਸੇ ਤੇ ਮਿਸਰੈਪ ਲਾਉਣੀ ਹੈ, ਮਿਸਰੈਪ ਲਾਉਣ ਤੋਂ ਪਹਿਲਾਂ ਬਿਕੋਜ਼ ਉਹਦੀ ਸਜ਼ਾ ਬਹੁਤ ਵੱਡੀ ਹੈ, ਹੁਣ 5 ਸਾਲ ਦਾ ਬਾਹਰ ਲੱਗ ਰਿਹਾ ਤਾਂ ਤੁਹਾਨੂੰ ਇੱਕ ਵਾਰ ਚਾਂਸ ਦੇਣਾ ਪੈਂਦਾ ਕਿਉਂਕਿ ਇਹਦੇ 'ਚ ਸਿਰਫ ਐਜ਼ ਅ ਨੈਨੀ ਤੁਹਾਡੇ ਤੇ ਕੋਈ ਓਬਜੈਕਸ਼ਨ ਇਹੋ ਜਿਹਾ ਹੁੰਦੀਆਂ ਨਹੀਂ ਹੋ ਨਹੀਂ ਰਿਹਾ ਹੁੰਦਾ, ਸਿਰਫ ਤੁਹਾਡੀ ਰਿਫਿਊਜ਼ਲ ਹੀ ਹੈ ਇੱਕ ਜਿਹੜੀ ਤੁਹਾਨੂੰ ਮਿਲਣੀ ਹੈ। ਸੋ ਉਹ ਇਸ ਕਰਕੇ ਉਹ ਲੈਸ ਸੀਰੀਅਸ ਹੋਣ ਕਰਕੇ ਤੁਹਾਨੂੰ ਕੋਈ ਚਾਂਸ ਵੀ ਨਹੀਂ ਮਿਲਦਾ। ਸੋ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ, ਜਿਵੇਂ ਵਨ ਸ਼ਾਟ ਐਪਲੀਕੇਸ਼ਨ ਹੈ, ਤਾਂ ਤੁਸੀਂ ਸੈਟਿਸਫਾਈ ਕਰਨੇ ਆ, ਓਨਸ ਐਪਲੀਕੈਂਟ ਤੇ ਹੈ ਸੈਟਿਸਫਾਈ ਕਰਨਾ ਆਫਿਸਰ ਨੂੰ ਵੀ ਉਹ ਇਹ ਕੰਡੀਸ਼ਨਸ ਨੂੰ ਕੰਪਲਾਈ ਕਰਦਾ। ਨਾਓ ਜੇ ਉਹ ਇੰਡੀਵਿਜੂਅਲ ਕੰਪਲਾਈ ਜੇ ਫੀਲ ਕਰਦੇ ਹੋ ਤੁਸੀਂ ਵੀ ਤੁਸੀਂ ਕੰਪਲਾਇੰਸ ਦੇ ਵਿੱਚ ਸੀ, ਆਫਿਸਰ ਦੀ ਡਿਟਰਮੀਨੇਸ਼ਨ ਜਿਹੜੀ ਸੀ ਇਧਰ ਪ੍ਰੀ ਜੱਜ ਸੀ ਜਾਂ ਫਿਰ ਤੁਹਾਡੀ ਜਿਹੜੀ ਇਨਫੋਰਮੇਸ਼ਨ ਤੁਸੀਂ ਦਿੱਤੀ ਸੀ ਉਹਨੂੰ ਸਹੀ ਤਰ੍ਹਾਂ ਪੜ੍ਹਿਆ ਹੀ ਨਹੀਂ ਗਿਆ ਔਰ ਰਿਫਿਊਜ਼ਲ ਜਿਹੜਾ ਆ ਗਿਆ, ਤਾਂ ਫਿਰ ਬਿਲਕੁਲ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ, ਅਪੀਲ ਕਰ ਸਕਦੇ ਹੋ। ਅਪੀਲ ਤਾਂ ਕਿਸੇ ਵੀ ਕੇਸ ਦੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਅਪੀਲ ਫਾਈਲ ਕਰਨੀ ਤਾਂ ਤੁਹਾਡੇ ਕੋਲ 60 ਦਿਨ ਦਾ ਸਮਾਂ ਹੁੰਦਾ ਜੇ ਤੁਸੀਂ ਕੈਨੇਡਾ ਤੋਂ ਬਾਹਰ ਹੋ। ਜੇ ਕੈਨੇਡਾ ਦੇ ਵਿੱਚ ਹੋ ਤੁਸੀਂ ਤਾਂ ਸਿਰਫ ਤੁਹਾਡੇ ਕੋਲ 15 ਦਿਨ ਦਾ ਸਮਾਂ ਹੁੰਦਾ ਜੀ। 15 ਦਿਨ ਦੇ ਅੰਦਰ ਤੁਸੀਂ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਜਿਹੜਾ ਡਿਸੀਜਨ ਉਹਨੂੰ ਚੈਲੰਜ ਕਰਨਾ ਹੁੰਦਾ। ਸੋ ਜੇ ਚੈਲੰਜ ਕਰਦੇ ਨੇ, ਸਭ ਤੋਂ ਪਹਿਲਾਂ ਕੁਐਸਚਨ ਇਹ ਹੋਣਾ ਚਾਹੀਦਾ ਵੀ ਤੁਸੀਂ ਅਪੀਲ
ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਇਹ ਵੀ ਨਾ ਹੋਵੇ ਵੀ ਤੁਸੀਂ ਸਿਸਟਮ ਨੂੰ ਅਬਿਊਜ਼ ਕਰ ਰਹੇ ਹੋ, ਸਿਰਫ ਇੱਥੇ ਰਹਿਣ ਦਾ ਹੀ ਇੱਕ ਰਸਤਾ ਲੱਭ ਰਹੇ ਹੋ ਔਰ ਤੁਸੀਂ ਅਪੀਲ ਫਾਈਲ ਕਰ ਰਹੇ ਹੋ। ਤਾਂ ਤੁਹਾਡੇ ਕੋਈ ਨਾ ਕੋਈ ਗਰਾਊਂਡਸ ਹੋਣੇ ਚਾਹੀਦੇ ਨੇ, ਜਾਂ ਤਾਂ ਉਹ ਤੁਸੀਂ ਸਾਬਿਤ ਕਰੋ ਵੀ ਜਿਹੜਾ ਡਿਸੀਜਨ ਸੀਗਾ ਉਹ ਲੀਗਲੀ ਇਨਵੈਲਿਡ ਹੈਗਾ, ਜਾਂ ਫਿਰ ਕੋਈ ਪ੍ਰਿੰਸੀਪਲ ਨਹੀਂ ਓਬਜ਼ਰਵ ਕੀਤਾ ਗਿਆ ਨੈਚੁਰਲ ਜਸਟਿਸ ਦਾ, ਫਿਰ ਜਾਂ ਪ੍ਰੋਸੀਜਰਲ ਫੇਅਰਨੈਸ ਓਬਜ਼ਰਵ ਨਹੀਂ ਕੀਤੀ ਗਈ, ਫਿਰ ਤੁਸੀਂ ਉਹਨਾਂ ਗਰਾਊਂਡਸ 'ਤੇ ਜਿਹੜੀ ਆ ਅਪੀਲ ਜਿਹੜੀ ਆ ਉਹ ਦਾਇਰ ਕਰ ਸਕਦੇ ਹੋ। ਅੱਛਾ, ਇੱਕ ਹੋਰ ਦੱਸਿਓ, ਹੁਣ ਕੋਈ ਵੀ ਵਿਅਕਤੀ ਨੈਣੀ ਦੇ ਤੌਰ ਤੇ ਕੈਨੇਡਾ 'ਚ ਆ ਗਿਆ ਜੀ, ਉਹਨੂੰ ਕਿੰਨੀ ਦੇਰ ਕੰਮ ਕਰਨਾ ਪੈਂਦਾ ਤੇ ਕਿੰਨੀ ਦੇਰ ਬਾਅਦ ਫਿਰ ਉਹਦੀ PR ਦੀ ਫਾਈਲ ਸਬਮਿਟ ਕੀਤੀ ਜਾ ਸਕਦੀ ਹੈ ਜੀ? ਇਹਦਾ ਜਿਹੜਾ ਟਾਈਮ ਫਰੇਮ ਹੈਗਾ ਉਹ 2 ਇਅਰਸ ਹੈ। 24 ਮੰਥਸ ਉਹਨਾਂ ਨੇ ਇੰਪਲੋਇਮੈਂਟ ਆਪਦੀ ਸਾਬਿਤ ਕਰਨੀ ਹੈ। ਅੱਛਾ ਜੀ। 24 ਮੰਥਸ ਜਿਵੇਂ ਉਹਨਾਂ ਦੀ ਇੰਪਲੋਇਮੈਂਟ ਪੂਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀਆਂ ਤੁਸੀਂ ਕੰਡੀਸ਼ਨ ਰਿਮੂਵਲ ਹੈ, ਜਿਹੜੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਹੈ, ਐਕਚੁਅਲੀ ਜਦੋਂ ਤੁਸੀਂ ਕੈਨੇਡਾ 'ਚ ਇਸ ਪਾਇਲਟ ਦੇ ਅਧੀਨ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਲਈ ਪ੍ਰੀ ਅਪਰੂਵ ਕੀਤਾ ਜਾਂਦਾ। ਅੱਛਾ ਜੀ, ਤੁਸੀਂ ਪਹਿਲਾਂ ਹੀ? ਜੀ ਬਿਲਕੁਲ, ਤੁਸੀਂ ਪਹਿਲਾਂ ਹੀ ਕੰਡੀਸ਼ਨਾਂ ਸਾਰੀਆਂ ਪੂਰੀਆਂ ਕਰਕੇ ਐਂਟਰ ਕਰ ਦਿਓ। ਉਹਦੇ ਤੇ ਸਿਰਫ ਇੱਕੋ ਕੰਡੀਸ਼ਨ ਲੇ ਕੀਤੀ ਹੁੰਦੀ ਹੈ ਵੀ ਤੁਸੀਂ 24 ਮੰਥਸ ਦੀ ਇੰਪਲੋਇਮੈਂਟ ਪੂਰੀ ਕਰਨੀ ਹੈ। ਅੱਛਾ ਜੀ। ਜਿਸ ਤਰ੍ਹਾਂ ਹੀ 24 ਮੰਥਸ ਦੀ ਇੰਪਲੋਇਮੈਂਟ ਪੂਰੀ ਕਰ ਦਿਓ ਤਾਂ ਤੁਸੀਂ ਆਪਣੀ ਕੰਡੀਸ਼ਨਲ ਵੇਵਰ ਅਪਲਾਈ ਕਰ ਦਿਓ। ਸੋ ਜਿਵੇਂ ਤੁਹਾਡੀ ਕੰਡੀਸ਼ਨ ਪੂਰੀਆਂ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਜਿਹੜੀ ਹੈ ਕੈਨੇਡਾ ਦੇ ਵਿਦਿਨ ਗ੍ਰਾਂਟ ਕੀਤੀ ਜਾਏਗੀ। ਇਸ ਕਰਕੇ ਇਸ ਪ੍ਰੋਸੈਸ ਨੂੰ ਬਹੁਤ ਐਕਸਪੀਡਾਈਟ ਕੀਤਾ ਗਿਆ, ਫਾਸਟਰ ਕੀਤਾ ਗਿਆ। ਜਿਵੇਂ ਤੁਸੀਂ ਆਮ ਪੁਰਾਣੇ ਸਮੇਂ ਦੇ ਵਿੱਚ ਦੇਖਿਆ, ਉਹ ਬਹੁਤ ਨੈਨੀਜ਼ ਕੈਨੇਡਾ ਦੇ ਵਿੱਚ ਆਏ ਸੀ, ਉਹਨਾਂ ਦਾ ਵੇਟਿੰਗ ਟਾਈਮ 4 ਤੋਂ 5 ਸਾਲ ਹੋ ਗਿਆ ਸੀ। ਸੋ ਵਿਚ ਵਾਜ਼ ਅ ਵੈਰੀ ਡਿਸਕਰੇਜਿੰਗ ਫੈਕਟਰ। ਸੋ ਸਰਕਾਰ ਨੇ ਉਸ ਚੀਜ਼ ਨੂੰ ਓਬਜ਼ਰਵ ਕਰਕੇ ਹੁਣ ਕੀ ਇਹਦੇ ਵਿੱਚ ਮੇਜਰ ਚੇਂਜ ਇਹੀ ਲਿਆਂਦਾ ਵੀ ਜਿਸ ਦਿਨ ਤੁਹਾਡੇ ਕੇਸ ਦਾ ਫੈਸਲਾ ਕੀਤਾ ਜਾਏਗਾ, ਉਸ ਵਕਤ ਤੁਹਾਡੀ ਜਿਹੜੀ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਦੀਆਂ ਕੰਡੀਸ਼ਨਸ ਨੇ ਉਹ ਦੇਖੀਆਂ ਜਾਣਗੀਆਂ। ਸਿਰਫ ਇੱਕੋ ਕੰਡੀਸ਼ਨ ਜਿਹੜੀ ਹੈ ਬਚੇਗੀ, 24 ਮੰਥਸ ਦੀ ਇੰਪਲੋਇਮੈਂਟ। ਜੇ ਤੁਸੀਂ ਉਹ ਪੂਰੀ ਕਰ ਲੈਂਦੇ ਹੋ ਤਾਂ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਹੈ ਗ੍ਰਾਂਟ ਕਰ ਦਿੱਤੀ ਜਾਵੇਗੀ। ਅੱਛਾ, ਹੁਣ ਇੱਕ ਬਹੁਤ ਵੱਡਾ ਸਵਾਲ ਆ, ਆਪਾਂ ਵੇਖਿਆ ਕਿ ਲਗਭਗ ਹਰ ਇੱਕ ਕੰਮ ਕੋਵਿਡ ਕਰਕੇ ਇਫੈਕਟ ਹੋਇਆ। ਜੀ ਜੀ। ਬਹੁਤ ਸਾਰੇ ਨੈਨੀਜ਼ ਦੇ ਤੌਰ ਤੇ ਇੱਥੇ ਲੜਕੇ ਲੜਕੀਆਂ ਆਏ ਆ ਜੀ। ਹੋ ਸਕਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਕੰਮ ਕਰਨ ਜਾਂਦਾ ਸੀ ਉਹਦਾ ਕੰਮ ਟੁੱਟ ਗਿਆ ਹੋਵੇ, ਕਹਿੰਦਾ ਬੱਚੇ ਜਾਂ ਬਜ਼ੁਰਗ ਮੈਂ ਹੀ ਸਾਂਭ ਲੂੰ, 2 ਮਹੀਨੇ ਲੇ ਆਫ ਕਰ ਦਿੱਤਾ ਹੋਵੇ, 3 ਮਹੀਨੇ ਲੇ ਆਫ ਕਰ ਦਿੱਤਾ ਹੋਵੇ, ਉਹਨਾਂ ਵਾਸਤੇ ਕਿਉਂਕਿ ਉਹਨਾਂ ਕੋਲ ਜਿਹੜਾ ਵਰਕ ਪਰਮਿਟ ਆ ਤੁਸੀਂ ਦੱਸ ਰਹੇ ਹੋ ਕਿ 2 ਸਾਲ ਦਾ, ਫਿਰ ਉਹ ਕੀ ਕਰਨਗੇ ਜੀ? ਕਿਉਂਕਿ ਉਹਨਾਂ ਦਾ 24 ਮਹੀਨਿਆਂ ਦਾ ਤਾਂ ਫਿਰ ਤਜਰਬਾ ਪੂਰਾ ਨਹੀਂ ਹੋਣਾ। ਨੋ, ਜਿਹੜੀ ਵਰਕ ਪਰਮਿਟ ਦੀ ਐਕਸਟੈਂਸ਼ਨ ਹੈ ਤੁਸੀਂ ਹਾਸਲ ਕਰ ਸਕਦੇ ਹੋ। ਅੱਛਾ, ਕਰ ਸਕਦੇ ਹੋ। 24 ਮਹੀਨੇ ਦਾ ਜਿਹੜਾ ਸਮਾਂ ਉਹ ਤੁਸੀਂ 39 ਮੰਥਸ ਦੇ ਵਿਦਿਨ ਪੂਰਾ ਕਰਨਾ। ਅੱਛਾ। ਸੋ ਇਹ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਪਰਮਿਟ ਹੈ ਸਿਰਫ 2 ਸਾਲ ਦਾ ਹੀ ਮਿਲਿਆ ਹੋਇਆ। ਅੱਛਾ ਜੀ। ਤਾਂ ਤੁਹਾਡੇ ਕੋਲ ਕਾਫੀ ਇਨਫ ਟਾਈਮ ਹੁੰਦਾ। ਆਫ ਕੋਰਸ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈ ਇਹ ਇੱਕ ਅਨਪ੍ਰੈਸੀਡੈਂਟਡ ਹੈ, ਸਰਕਾਰ ਵੀ ਸਮਝਦੀ ਹੈ। ਐਗਜ਼ੈਕਟਲੀ, ਇਹ ਕੋਈ ਮਤਲਬ ਕੋਈ ਇਹ ਚੀਜ਼ ਵਾਂਸ ਇਨ ਲਾਈਫ ਟਾਈਮ ਹੋਣ ਵਾਲੀ ਚੀਜ਼ ਹੈ। ਇਹ ਕੋਈ ਮਤਲਬ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਦਾਂ ਹੋ ਸਕਦਾ। ਸੋ ਇਹ ਚੀਜ਼ਾਂ ਲਈ ਆਫ ਕੋਰਸ ਗਵਰਨਮੈਂਟ ਜਿਹੜੀ ਆ ਪ੍ਰੋਗਰਾਮਸ ਲਾਂਚ ਕਰਦੀ ਰਹਿੰਦੀ ਹੈ, ਜਿਹਦੇ ਵਿੱਚ ਇਹ ਚੀਜ਼ ਨੂੰ ਜਿਹੜਾ ਫਲੈਕਸੀਬਿਲਿਟੀ ਜਿਹੜੀ ਹੋਰ ਵਧਾਉਂਦੀ ਜਾਂਦੀ ਹੈ। ਜਿਹੜੇ ਇੰਡੀਵਿਜੂਅਲਸ ਇਸ ਪਰਟੀਕੂਲਰ ਜਿਹੜੀ ਜਿਵੇਂ ਕੋਵਿਡ ਦੀ ਸਿਚੁਏਸ਼ਨ ਹੈ ਇਹਦੇ 'ਚ ਫਸ ਜਾਣਗੇ ਜਾਂ ਇਹਦੇ ਕਰਕੇ ਉਹ 24 ਮੰਥਸ ਦੀ ਇੰਪਲੋਇਮੈਂਟ ਨਹੀਂ ਪੂਰੀ ਕਰ ਪਾਉਣਗੇ ਤਾਂ ਉਹਨਾਂ ਨੂੰ ਫਲੈਕਸੀਬਿਲਿਟੀ ਜਿਹੜੀ ਆਫਰ ਕੀਤੀ ਜਾਊਗੀ, ਗ੍ਰਾਂਟ ਕੀਤੀ ਜਾਏਗੀ। ਬਟ ਅਦਰਵਾਈਜ਼ ਵੀ ਜਿਹੜਾ ਪ੍ਰੋਗਰਾਮ ਇਟਸੈਲਫ ਹੀ ਬਹੁਤ ਫਲੈਕਸੀਬਲ ਹੈ। ਜਿਹੜੀ ਤੁਹਾਡੇ ਕੋਲ ਬਹੁਤ ਇਨਫ ਸਮਾਂ ਹੁੰਦਾ ਵੀ ਜੇ ਤੁਹਾਡੇ ਕੋਲ ਇੱਕ ਇੰਪਲੋਇਰ ਤੋਂ ਤੁਹਾਡੇ ਕੋਲ ਜਿਹੜੀ ਕੋਈ ਕੋਈ ਬਾਉਂਡ ਨਹੀਂ ਹੈਗੇ, ਤੁਸੀਂ ਵੀ ਇੱਕੋ ਇੰਪਲੋਇਰ ਕੋਲ ਤੁਸੀਂ ਕੰਮ ਕਰ ਰਹੇ ਹੋ, ਆਕੂਪੇਸ਼ਨ ਬਾਉਂਡ ਹੋ ਤੁਸੀਂ ਵੀ ਤੁਸੀਂ ਉਸ ਆਕੂਪੇਸ਼ਨ 'ਚ ਕੰਮ ਕਰਨਾ। ਜੇ ਤੁਸੀਂ ਇੱਕ ਇੰਪਲੋਇਰ ਕੋਲ ਸੈਟਿਸਫਾਈ ਨਹੀਂ ਹੋ ਜਾਂ ਇੰਪਲੋਇਰ ਨੂੰ ਤੁਹਾਡਾ ਕੰਮ ਨਹੀਂ ਪਸੰਦ ਆ ਰਿਹਾ ਤਾਂ ਤੁਹਾਨੂੰ ਟਰਮੀਨੇਟ ਵੀ ਕੀਤਾ ਜਾ ਸਕਦਾ। ਸੇਮ ਵੇ ਤੁਸੀਂ ਵੀ ਨੋਟਿਸ ਦੇ ਕੇ ਜੌਬ ਛੱਡ ਸਕਦੇ ਹੋ, ਜਿਵੇਂ ਬਾਕੀ ਕੈਨੇਡੀਅਨ ਤੇ ਪਰਮਨੈਂਟ ਰੈਜ਼ੀਡੈਂਟ ਕਰਦੇ ਨੇ। ਤਾਂ ਉਸ ਤੋਂ ਬਾਅਦ ਤੁਸੀਂ ਨਵੀਂ ਇੰਪਲੋਇਮੈਂਟ ਜਿਹੜੀ ਲੱਭ ਸਕਦੇ ਹੋ। ਉਹ ਜਿਹੜੀ ਟ੍ਰਾਂਜੀਸ਼ਨ ਹੈ ਉਹਦੇ ਲਈ ਤੁਹਾਡੇ ਕੋਲ ਕੋਈ ਸੈਪਰੇਟ ਐਪਲੀਕੇਸ਼ਨ ਕਰਨ ਦੀ ਜ਼ਰੂਰਤ ਨਹੀਂ। ਤਾਂ ਤੁਸੀਂ ਸੇਮ ਹੀ ਜਿਹੜੀ ਵਰਕ ਪਰਮਿਟ ਹੈ ਉਹ ਤੇ ਨਵੇਂ ਇੰਪਲੋਇਰ ਦੇ ਕੋਲ ਜਾ ਕੇ ਕੰਮ ਉਹੀ ਸੀ ਵੀ ਹੋ ਸਕਦਾ ਉਹਨੂੰ ਨਵਾਂ ਇੰਪਲੋਇਰ ਲੱਭਦੇ ਮਹੀਨਾ 2 ਮਹੀਨੇ ਦਾ ਗੈਪ ਪੈ ਜਾਏ ਜੀ, ਪਰ ਉੱਥੇ ਫਲੈਕਸੀਬਿਲਿਟੀ ਹੈ। 100% ਉੱਥੇ ਫਲੈਕਸੀਬਿਲਿਟੀ ਹੈ ਔਰ ਤੁਸੀਂ ਅਕਿਊਮੂਲੇਟ ਕਰਨਾ। ਜਿਵੇਂ ਫਰਜ਼ ਕੀਤਾ ਤੁਸੀਂ 1 ਸਾਲ ਇੱਕ ਇੰਪਲੋਇਰ ਕੋਲ ਕੰਮ ਕੀਤਾ, ਉਸ ਤੋਂ ਬਾਅਦ ਤੁਸੀਂ ਜੌਬ ਚੇਂਜ ਕਰ ਲਈ ਤਾਂ ਨਵੇਂ ਇੰਪਲੋਇਰ ਤੋਂ ਜਾ ਕੇ ਤੁਸੀਂ ਵੀ ਜੌਬ ਕਰ ਸਕਦੇ। ਸੋ ਬਾਈ ਜੀ, ਬਹੁਤ ਕੀਮਤੀ ਪੁਖਤਾ ਜਾਣਕਾਰੀ ਹੈ ਇਹ। ਮੈਨੂੰ ਲੱਗਦਾ ਬਹੁਤ ਸਾਰੇ ਕਨਫਿਊਜ਼ਨ ਨੇ ਜਿਹੜੇ ਦਰਸ਼ਕਾਂ ਦੇ ਦੂਰ ਹੋਏ ਹੋਣਗੇ। ਸਮਾਂ ਲਗਭਗ ਸਮਾਪਤੀ ਦੇ ਨੇੜੇ ਆ। ਜੇਕਰ ਤੁਹਾਡੇ ਨਾਲ ਇਸ ਬਾਰੇ ਜਾਂ ਹੋਰ ਕਿਸੇ ਇਮੀਗ੍ਰੇਸ਼ਨ ਦੀ ਕੈਟਾਗਰੀ ਦੇ ਮੁਤਲਕ ਗੱਲਬਾਤ ਕਰਨੀ ਹੋਵੇ, ਸਭ ਤੋਂ ਵਧੀਆ ਕਿਹੜਾ ਰਾਬਤਾ ਜਿਹੜੇ ਨਾਲ ਤੁਹਾਡੇ ਨਾਲ ਕੀਤਾ ਜਾ ਸਕੇ? ਸਭ ਤੋਂ ਈਜ਼ੀ ਹੈ ਬਾਈ ਜੀ, ਸਾਨੂੰ ਜਿਵੇਂ ਵੈਬਸਾਈਟ ਤੇ ਜਾ ਕੇ www.cwgcanada.com ਉੱਥੇ ਜਾ ਕੇ ਫ਼ੋਨ ਨੰਬਰਸ ਲਿਸਟਡ ਹੈਗੇ ਆ, ਤਾਂ ਤੁਸੀਂ ਕੋਈ ਵੀ ਨੇੜਲੇ ਆਫਿਸ ਫ਼ੋਨ ਕਰਕੇ ਜਿਹੜੀ ਹੈ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਿਹੜੀ ਇਨਫੋਰਮੇਸ਼ਨ ਸਾਰੀ ਕੌਨਫੀਡੈਂਸ਼ੀਅਲ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਪਹਿਲੀ ਸਲਾਹ ਹੈ ਸਾਡੇ ਵੱਲੋਂ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਹੈ ਔਰ ਸਿੰਸ 2005 ਅਸੀਂ ਪ੍ਰੈਕਟਿਸ ਕਰ ਰਹੇ ਹਾਂ। ਔਰ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਤਾਂ ਬਜਾਏ ਤੁਸੀਂ ਮਾਯੂਸ ਹੋਵੋ ਤਾਂ ਤੁਸੀਂ ਸਾਡੇ ਕੋਲੋਂ ਸਲਾਹ ਲੈ ਸਕਦੇ ਹੋ। ਅਸੀਂ ਕਾਫੀ ਸਾਲਾਂ ਦਾ ਤਜਰਬਾ ਸਾਨੂੰ ਅਪੀਲਸ ਕਰਨ ਦਾ ਔਰ ਜਿੱਤਣ ਦਾ, ਔਰ ਤੁਹਾਨੂੰ ਦੱਸ ਵੀ ਸਕਦੇ ਆ ਵੀ ਤੁਹਾਡੀ ਅਪੀਲ ਦੇ ਚਾਂਸਸ ਕੀ ਹੋਣਗੇ। ਔਰ
ਬਾਕੀ ਜਿਵੇਂ ਮੈਂ ਜ਼ਿਕਰ ਕਰਦਾ ਹੁੰਦਾ ਵੀ ਤੁਸੀਂ ਉਹ ਸਿਚੁਏਸ਼ਨ 'ਚ ਨਾ ਜਾਓ, ਜੀ। ਇਸ ਕਰਕੇ ਪਹਿਲਾਂ ਹੀ ਚੰਗੀ ਸਲਾਹ ਕਰਕੇ ਲੈ ਕੇ ਚੱਲਿਆ ਕਰੋ ਜਿਨ੍ਹਾਂ ਨੂੰ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ। ਔਰ cwccanada.com ਜਿਹੜੀ ਸਾਡੀ ਵੈਬਸਾਈਟ ਹੈ, ਉੱਥੇ ਜਾ ਕੇ ਜਿਹੜੀ ਜਾਣਕਾਰੀ ਲਈ ਜਾ ਸਕਦੀ ਹੈ। ਸੋ ਬਾਈ ਜੀ, ਤੁਹਾਡਾ ਸਮਾਂ ਸਾਂਝਾ ਕਰਨ ਵਾਸਤੇ ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ। ਦੋਸਤੋ, ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਜਿਨ੍ਹਾਂ ਨੇ ਅੱਜ ਨੈਨੀਜ਼ ਦੇ ਬਾਬਤ ਕਿ ਕੌਣ ਆ ਸਕਦਾ ਹੈ, ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ, ਰਿਫਿਊਜ਼ਲ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਜੇਕਰ ਫਿਰ ਰਿਫਿਊਜ਼ਲ ਲੱਗ ਗਈ ਤਾਂ ਉਸ ਨੂੰ ਅਦਾਲਤ ਵਿੱਚ ਪੇਸ਼ ਕਿਵੇਂ ਕੀਤਾ ਜਾ ਸਕਦਾ ਹੈ, ਅਪੀਲ ਕਿਵੇਂ ਕੀਤੀ ਜਾ ਸਕਦੀ ਹੈ ਤੇ ਉਹ ਅਪੀਲ ਜਿੱਤੀ ਕਿਵੇਂ ਜਾ ਸਕਦੀ ਹੈ, ਆਪਣੇ ਨਿੱਜੀ ਤਜਰਬੇ ਇਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਹੈ। ਉਮੀਦ ਕਰ ਰਿਹਾ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੋ ਜੇਕਰ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਕਰੀਨ ਤੇ ਇਹਨਾਂ ਦੇ ਨੰਬਰ ਇਸ ਵਕਤ ਡਿਸਪਲੇ ਕੀਤੇ ਜਾ ਸਕਦੇ ਹੈ ਔਰ ਕੀਤੇ ਗਏ ਵੀ ਹੈ। ਸੋ ਤੁਸੀਂ ਇੱਥੋਂ ਸੰਪਰਕ ਕਰ ਸਕਦੇ ਹੋ। ਸੋ ਹੁਣ ਸਮਾਂ ਸਮਾਪਤ ਹੈ। ਸੋ ਤੁਹਾਡਾ ਸਭਨਾਂ ਦਾ ਸਮਾਂ ਸਾਂਝਾ ਕਰਨ ਵਾਸਤੇ ਤਹਿ ਦਿਲੋਂ ਧੰਨਵਾਦ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।